ਕਾਵਲੋਕ YouTube ਚੈਨਲ ਦੇ ਬੁੱਕ ਰਿਵਿਊ ਸੈਗਮੈਂਟ ਵਿੱਚ ਤੁਹਾਡਾ ਸਵਾਗਤ ਹੈ। ਇਸ ਸੈਗਮੈਂਟ ਵਿੱਚ ਹਰ ਵਾਰੀ ਅਸੀਂ ਇੱਕ ਕਾਵਿ ਪੁਸਤਕ ਨਾਲ ਤੁਹਾਡੀ ਜਾਣ ਪਛਾਣ ਕਰਵਾਉਂਦੇ ਹਾਂ ਤੇ ਅੱਜ ਜਿਸ ਕਾਵਿ ਪੁਸਤਕ ਨਾਲ ਅਸੀਂ ਤੁਹਾਡੀ ਜਾਣ ਪਛਾਣ ਕਰਵਾ ਰਹੇ ਹਾਂ ਉਹ ਪੁਸਤਕ ਹੈ ਲੋਕਡਾਊਨ। ਇਹ ਸੁਖਿੰਦਰ ਦੀ ਕਿਤਾਬ ਹੈ। ਸੁਖਿੰਦਰ ਕੈਨੇਡਾ ਵਿੱਚ ਵਸਦਾ ਪੰਜਾਬੀ ਕਵੀ ਹੈ ਅਤੇ ਉਹ ਪੰਜਾਬੀ ਕਵਿਤਾ ਦੀ ਉਸ ਧਾਰਾ ਦਾ ਕਵੀ ਹੈ ਜਿਸ ਨੇ ਕਵਿਤਾ ਨੂੰ ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਪੈਂਤੜੇ ਤੋਂ ਦੇਖਣ ਦਾ ਯਤਨ ਕੀਤਾ ਅਤੇ ਪੰਜਾਬੀ ਅਤੇ ਖਾਸ ਤੌਰ 'ਤੇ ਆਧੁਨਿਕ ਪੰਜਾਬੀ ਧਾਰਾ ਦੇ ਵਿੱਚ ਇਹੋ ਜਿਹੀ ਕਵਿਤਾ ਦਾ ਦੌਰ ਰੋਮਾਂਟਿਕ ਪ੍ਰਗਤੀਵਾਦੀ ਦੌਰ ਤੋਂ ਸ਼ੁਰੂ ਹੁੰਦਾ ਹੈ ਅਤੇ ਸੁਖਿੰਦਰ ਆਪਣੇ ਆਪ ਨੂੰ ਪਾਸ਼, ਲਾਲ ਸਿੰਘ ਦਿਲ, ਹਰਭਜਨ ਹਲਵਾਰਵੀ, ਸੰਤ ਰਾਮ ਉਦਾਸੀ, ਅਮਰਜੀਤ ਚੰਦਨ ਦੀ ਢਾਣੀ ਦੇ ਕਵੀਆਂ ਵਿੱਚ ਸ਼ੁਮਾਰ ਕਰਦਾ ਹੈ। ਲੇਕਿਨ ਉਹਦੀ ਆਪਣੀ ਪਛਾਣ ਜੇ ਉਹਦਾ ਐਨਾਲਿਸਿਸ ਕਰਨਾ ਹੋਵੇ, ਵਿਸ਼ਲੇਸ਼ਣ ਕਰਨਾ ਹੋਵੇ ਤਾਂ ਕੀ ਉਸ ਧਾਰਾ ਦੇ ਨਵੇਂ ਕਵੀ ਵਜੋਂ ਸਥਾਪਿਤ ਹੁੰਦੀ ਹੈ ਕਿ ਨਹੀਂ ਹੁੰਦੀ, ਇਹਦਾ ਫੈਸਲਾ ਹੋਣਾ ਅਜੇ ਬਾਕੀ ਹੈ। ਇਹ ਜਿਹੜੀ ਕਿਤਾਬ ਲੋਕਡਾਊਨ ਹੈ ਇਹ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਛਾਪੀ ਹੈ ਅਤੇ ਸੁਖਿੰਦਰ ਨੇ ਇਸ ਕਿਤਾਬ ਨੂੰ ਸਮਰਪਿਤ ਕੀਤਾ ਉਹਨਾਂ ਲੋਕਾਂ ਨੂੰ ਜਿਹੜੇ ਕਰੋਨਾ ਕਾਲ ਦੇ ਵਿੱਚ ਆਪਣੀਆਂ ਸੇਵਾਵਾਂ ਸਭ ਤੋਂ ਮੋਹਰਲੀ ਕਤਾਰ ਵਿੱਚ ਦੇ ਰਹੇ ਸੀ। ਉਹਦੇ ਵਿੱਚ ਡਾਕਟਰਸ ਨੇ, ਨਰਸਾਂ, ਸਿਹਤ ਵਿਗਿਆਨੀ, ਸਫਾਈ ਕਰਮਚਾਰੀ ਅਤੇ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਹੋਰ ਕਾਮੇ, ਟੈਕਨੀਸ਼ੀਅਨ। ਸੁਖਿੰਦਰ ਲਿਖਦਾ ਹੈ ਕਿ ਇਹਨਾਂ ਸਾਰਿਆਂ ਨੇ ਆਪਣੀਆਂ ਜਾਨਾਂ ਤਲੀ ਉੱਤੇ ਰੱਖ ਕੇ ਕਰੋਨਾ ਮਹਾਂਮਾਰੀ ਸੰਕਟ ਦੌਰਾਨ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦਾ ਇਲਾਜ ਕੀਤਾ ਅਤੇ ਇਸ ਦੇ ਨਾਲ ਹੀ ਇਹ ਸਮਰਪਣ ਜਿਹੜਾ ਉਹ ਉਹਨਾਂ ਮਜ਼ਦੂਰਾਂ, ਗਰੀਬਾਂ, ਬੇਘਰ ਲੋਕਾਂ ਨੂੰ ਵੀ ਹੈ ਜਿਨ੍ਹਾਂ ਨੇ ਹਕੂਮਤ ਦੀਆਂ ਗਲਤੀਆਂ ਅਤੇ ਨਾਕਾਮੀਆਂ ਕਾਰਨ ਬਹੁਤ ਸਾਰੀਆਂ ਮੁਸੀਬਤਾਂ ਝੱਲੀਆਂ। ਤਰਕ ਭਾਰਤੀ ਨੇ ਇਸ ਕਿਤਾਬ ਦਾ ਮੁੱਲ ਸਿਰਫ 100 ਰੁਪਏ ਰੱਖਿਆ ਇਸ ਮਨਸ਼ੇ ਨਾਲ ਕਿ ਇਹ ਕਿਤਾਬ ਜਿਹੜੀ ਹੈ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਇਸ ਕਿਤਾਬ ਦੇ ਵਿੱਚ ਉਤਰਨ ਦਾ ਯਤਨ ਕਰੀਏ ਤਾਂ ਇਸ ਦੇ ਮੁੱਖ ਬੰਦ ਵਿੱਚ ਡਾਕਟਰ ਯੋਗਰਾਜ ਨੇ ਸੁਖਿੰਦਰ ਦੀ ਕਵਿਤਾ ਦੀ ਨਿਸ਼ਾਨਦੇਹੀ ਕਰਦਿਆਂ ਹੋਇਆਂ ਲਿਖਿਆ ਕਿ ਮੇਰੀ ਜਾਚੇ ਸੁਖਿੰਦਰ ਆਪਣੀ ਹੀ ਕਿਸਮ ਦੀ ਪਰੰਪਰਾ ਵਾਲਾ ਕਵੀ ਹੈ ਅਤੇ ਆਪਣਾ ਹੀ ਕਾਵਿ ਮੁਹਾਂਦਰਾ ਜਿਸ ਨੂੰ ਉਹ ਡਾਇਰੈਕਟ ਕਵਿਤਾ ਕਹਿੰਦਾ ਇਹ ਮਾਡਲ ਸੁਹਜ ਵਿਚੋਲਿਆਂ ਤੋਂ ਦੂਰੀ ਬਣਾ ਕੇ ਆਪਣਾ ਰੂਪ ਆਪ ਘੜ ਰਿਹਾ ਹੈ। ਸੁਖਿੰਦਰ ਦਾ ਇਹ ਕਵਿਤਾ ਮਾਡਲ ਤਿੱਖੀ ਪੱਤਰਕਾਰੀ ਵਾਂਗ ਹੈ ਜਿਸ ਨੂੰ ਪਾਠਕਾਂ ਦਾ ਵਿਸ਼ੇਸ਼ ਵਰਗ ਪੜ੍ਹਦਾ ਹੈ ਅਤੇ ਸਵੀਕਾਰ ਵੀ ਕਰਦਾ ਹੈ। ਇਹ ਕਵਿਤਾ ਵਿਚਾਰ 'ਤੇ ਟਿਕੀ ਹੋਈ ਕਵਿਤਾ ਹੈ, ਇਸ ਲਈ ਇਸ ਨੂੰ ਲਿਖਣ ਲਈ ਵਿਚਾਰਧਾਰਕ ਪੈਂਤੜਾ ਇੱਕ ਵੱਡੀ ਬੰਗਾਰ ਹੈ ਜਿਸ ਨੂੰ ਸ਼ਾਇਦ ਸੁਖਿੰਦਰ ਜ਼ਰੂਰ ਸਮਝਦਾ ਹੋਵੇਗਾ, ਨਹੀਂ ਤਾਂ ਇੱਕ ਪਾਸੜ ਅਤੇ ਇਕਹਿਰਾ ਵਿਚਾਰ ਡਿਕਟੇਟਰ ਤੰਤਰ ਨੂੰ ਹੀ ਉਸਾਰ ਦਿੰਦਾ ਹੈ। ਇਹ ਡਿਕਟੇਟਰ ਤੰਤਰ ਕੀ ਹੈ ਜਿਹਦਾ ਡਾਕਟਰ ਯੋਗਰਾਜ ਨੇ ਜ਼ਿਕਰ ਕੀਤਾ, ਇਹਦੀ ਵਿਆਖਿਆ ਵੀ ਅਜੇ ਹੋਣੀ ਹੈ। ਜੇ ਸੁਖਿੰਦਰ ਦੀ ਕਵਿਤਾ ਵੱਲ ਨੂੰ ਜਾਈਏ ਅਤੇ ਉਹਦੇ ਵਿੱਚੋਂ ਕੁਝ ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਸ ਕਿਤਾਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਕਵਿਤਾਵਾਂ ਅੰਕਿਤ ਨੇ। ਕਵਿਤਾ ਖੁੰਬਾਂ ਵਾਂਗ ਉੱਗ ਆਉਣਗੇ ਫਿਰ ਸ਼ਬਦਾਂ ਦੇ ਵਪਾਰੀ, ਮੌਸਮੀ ਲੇਖਕ, ਬੁੱਧੀਜੀਵੀ, ਪੱਤਰਕਾਰ, ਨਾਟਕਕਾਰ, ਕਲਾਕਾਰ, ਵਿਸ਼ਵ ਪੰਜਾਬੀ ਕਰੋਨਾ ਵਾਇਰਸ ਸੰਕਟ ਸੰਮੇਲਨਾਂ ਦੀਆਂ ਵਾਂਗਾਂ ਦਿੰਦੇ ਸ਼ਹਿਰ ਸ਼ਹਿਰ, ਦੇਸ਼ ਦੇਸ਼। ਇਹ ਬਹੁਤ ਤਿੱਖੀ ਤਰ੍ਹਾਂ ਕਟਾਕਸ਼ ਵੀ ਹੈ ਔਰ ਸਾਰੇ ਦੇ ਸਾਰੇ ਪ੍ਰਬੰਧ ਉੱਪਰ ਬਹੁਤ ਤਿੱਖਾ ਵਾਰ ਵੀ ਹੈ ਜਿਹੜਾ ਸੁਖਿੰਦਰ ਆਪਣੀ ਕਵਿਤਾ ਰਾਹੀਂ ਕਰਦਾ ਹੈ। ਜੇ ਉਹਦੀਆਂ ਹੋਰ ਕਵਿਤਾਵਾਂ ਦਾ ਜ਼ਿਕਰ ਕਰੀਏ ਤਾਂ ਇੱਕ ਕਵਿਤਾ ਹੈ ਅੰਦਾਜ਼। ਜ਼ਿੰਦਗੀ ਦੇ ਨਵੇਂ ਅੰਦਾਜ਼ ਨੂੰ ਕਾਵਿ ਅਹਿਸਾਸ ਵਿੱਚ ਢਾਲਦਿਆਂ ਸੁਖਿੰਦਰ ਨੇ ਇਸ ਕਵਿਤਾ ਵਿੱਚ ਜੋ ਕਿਹਾ
ਉਹ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਚਾਹੁੰਦਾ। ਉਹ ਲਿਖਦਾ ਹੈ, ਨਵੇਂ ਸਮਿਆਂ ਦੇ ਅੰਦਾਜ਼ ਵੀ ਨਵੇਂ ਹਨ। ਹੁਣ ਲੋਕ ਧਰਮ ਕਹਿ ਕੇ ਰਾਜਨੀਤੀ ਦਾ ਪ੍ਰਚਾਰ ਕਰ ਜਾਂਦੇ ਹਨ, ਰਾਜਨੀਤੀ ਕਹਿ ਕੇ ਧਾਰਮਿਕ ਅੰਧ ਵਿਸ਼ਵਾਸ ਦਾ। ਹੁਣ ਨੇਤਾ ਰੌਸ਼ਨੀ ਕਰਕੇ ਹਨੇਰਾ ਕਰ ਜਾਂਦੇ ਹਨ, ਕਲਿਆਣ ਕਰਕੇ ਲੋਕਾਂ ਦੀ ਬਰਬਾਦੀ। ਹੁਣ ਟੀਵੀ ਐਂਕਰ ਅਮਨ ਕਹਿ ਕੇ ਦਹਿਸ਼ਤ ਫੈਲਾ ਜਾਂਦੇ ਹਨ, ਦੇਸ਼ ਭਗਤੀ ਕਹਿ ਕੇ ਫਿਰਕੂ ਨਫ਼ਰਤ ਦਾ ਜ਼ਹਿਰ। ਹੁਣ ਪੱਤਰਕਾਰ ਤਾਰੀਫ ਕਰਕੇ ਚਮਚਾਗਿਰੀ ਕਰ ਜਾਂਦੇ ਹਨ, ਸੇਵਾ ਕਹਿ ਕੇ ਜਨਤਾ ਦੀ ਆਰਥਿਕ ਲੁੱਟ। ਮਤਲਬ ਇਹ ਕਵਿਤਾਵਾਂ ਬਹੁਤ ਸਿੱਧਾ ਹਮਲਾ ਕਰਦੀਆਂ ਸਿਸਟਮ ਉੱਤੇ, ਸਿਸਟਮ ਦੇ ਕਰਿੰਦਿਆਂ ਉੱਤੇ ਅਤੇ ਸਿਸਟਮ ਦੇ ਜ਼ਿੰਮੇਵਾਰ ਲੋਕਾਂ ਦੇ ਉੱਪਰ। ਇੱਕ ਹੋਰ ਕਵਿਤਾ ਹੈ, ਕੌਣ ਚਾਹੇਗਾ। ਕੌਣ ਚਾਹੇਗਾ ਜਿਹੜੀ ਉਹ ਸਿੱਧੀ ਮਹਾਂਮਾਰੀ ਦੇ ਦਰਦ ਨੂੰ ਭੋਗ ਰਹੇ ਮਜ਼ਦੂਰਾਂ ਦੀ ਮਾਨਸਿਕਤਾ ਨੂੰ ਜ਼ੁਬਾਨ ਦਿੰਦੀ ਹੈ। ਕਵਿਤਾ ਹੈ, ਕੌਣ ਚਾਹੇਗਾ। ਕੌਣ ਚਾਹੇਗਾ ਉਸ ਨੂੰ ਆਪਣਾ ਦੇਸ਼ ਕਹਿਣਾ, ਜਿੱਥੇ ਕਿਸੇ ਨੂੰ ਇੰਨੀ ਵੀ ਵਿਹਲ ਨਾ ਹੋਵੇ, ਭੁੱਖੇ ਪਿਆਸੇ ਬੇਘਰੇ ਮੀਲਾਂ ਲੰਬੇ ਕਾਫਲਿਆਂ ਦੀਆਂ ਅੱਖਾਂ 'ਚੋਂ ਵਹਿ ਰਹੇ ਹੰਝੂਆਂ ਨੂੰ ਪੂੰਝਣ ਦੀ, ਉਹਨਾਂ ਦੀਆਂ ਸਿਸਕੀਆਂ ਨੂੰ ਸੁਣਨ ਦੀ, ਉਹਨਾਂ ਦੇ ਬੁਝੇ ਹੋਏ ਦਿਲਾਂ ਨੂੰ ਦਿਲਾਸਾ ਦੇਣ ਦੀ, ਉਹਨਾਂ ਦੇ ਲਹੂ ਲਹਾਨ ਪੈਰਾਂ ਦੇ ਛਾਲਿਆਂ 'ਤੇ ਮੱਲਮ ਲਾਉਣ ਦੀ। ਕੌਣ ਚਾਹੇਗਾ ਉਸ ਨੂੰ ਆਪਣਾ ਦੇਸ਼ ਕਹਿਣਾ। ਇਸ ਤਰ੍ਹਾਂ ਸੁਖਿੰਦਰ ਉਹਨਾਂ ਕਵੀਆਂ ਦੀ ਕਤਾਰ ਵਿੱਚ ਖੜ੍ਹਾ ਹੋ ਜਾਂਦਾ ਹੈ ਜਿਨ੍ਹਾਂ ਕਵੀਆਂ ਨੇ, ਖਾਸ ਤੌਰ 'ਤੇ ਪਾਸ਼ ਨੇ ਕਦੇ ਕਿਹਾ ਸੀ ਕਿ ਜੇ ਉਸ ਦੇ ਸੋਗ ਵਿੱਚ ਸਾਰਾ ਦੇਸ਼ ਸ਼ਾਮਲ ਹੈ ਤਾਂ ਇਸ ਦੇਸ਼ ਵਿੱਚੋਂ ਮੇਰਾ ਨਾਮ ਕੱਟ ਦੇਵੋ। ਮਤਲਬ ਇਸ ਤਰ੍ਹਾਂ ਦੀ ਤਿੱਖੀ ਜਿਹੜੀ ਹੈ ਉਹ ਬਿਆਨੀ ਕਰਨੀ ਔਰ ਸਥਿਤੀ ਨੂੰ ਸਮਝਦੇ ਹੋਏ ਜਿਹੜਾ ਉਹਦੇ ਉੱਪਰ ਇੰਨਾ ਤਿੱਖਾ ਵਾਰ ਕਰਨਾ, ਇਹ ਬਹੁਤ ਘੱਟ ਕਵੀਆਂ ਦੇ ਹਿੱਸੇ ਆਉਂਦਾ ਹੈ। ਅਤੇ ਸੁਖਿੰਦਰ ਜਿਹੜਾ ਉਹ ਆਪਣੀ ਕਵਿਤਾ ਦੇ ਵਿੱਚ ਇਹੋ ਜਿਹੇ ਤਿੱਖੇ ਵਾਰ ਕਰਦਾ। ਅਤੇ ਜਦੋਂ ਉਹ ਆਪਣੀ ਕਵਿਤਾ ਬਾਰੇ ਆਪ ਬਿਆਨ ਕਰਦਾ, ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਕਵਿਤਾ ਦੇ ਵਿੱਚ ਤਾਂ ਉਹ ਇੰਨਾ ਤਿੱਖਾ ਵਾਰ ਕਰਦਾ ਹੀ ਹੈ, ਅਤੇ ਪਰ ਆਪਣੀ ਕਵਿਤਾ ਬਾਰੇ ਜਾਂ ਇਸ ਕਵਿਤਾ ਲੋਕਡਾਊਨ ਦੀ ਕਵਿਤਾ ਬਾਰੇ ਉਹ ਆਪ ਕੀ ਬਿਆਨ ਦਿੰਦਾ, ਇਹ ਵੀ ਜ਼ਰਾ ਗੌਰ ਕਰਨਾ ਜ਼ਰੂਰੀ ਹੈ। ਉਹ ਕਹਿੰਦਾ ਕਿ ਇਸ ਨਵੇਂ ਦੌਰ ਵਿੱਚ ਮਨੁੱਖ ਆਪਣੀ ਨਿੱਜੀ ਜ਼ਿੰਦਗੀ ਵਿੱਚ ਉਪਭੋਗਤਾਵਾਦੀ ਜ਼ਿੰਦਗੀ ਜਿਉਣ ਦੇ ਢੰਗਾਂ ਤੋਂ ਵੱਖਰੀ ਤਰ੍ਹਾਂ ਦੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੇਗਾ, ਜਿਸ ਵਿੱਚ ਕੁਦਰਤ ਨਾਲ ਪਿਆਰ, ਵਾਤਾਵਰਣ ਦੀ ਸਾਂਭ ਸੰਭਾਲ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਵਿੱਚ ਜਾਣ ਨਾਲੋਂ ਆਪਣੇ ਘਰਾਂ ਦੇ ਚੁਗਿਰਦੇ ਵਿੱਚ ਰਹਿਣਾ ਵਧੇਰੇ ਪਸੰਦ ਕਰੇਗਾ ਅਤੇ ਲੋਕਾਂ ਤੋਂ ਵੀ ਇੱਕ ਵਿੱਥ ਬਣਾ ਕੇ ਵਿਚਰਨ ਦੀ ਕੋਸ਼ਿਸ਼ ਕਰੇਗਾ। ਇਹਨਾਂ ਲੋਕਡਾਊਨ ਦੇ ਕਾਲੇ ਦਿਨਾਂ ਵਿੱਚ ਜੋ ਬੀਤਿਆ ਸੋ ਬੀਤਿਆ, ਅਸਲੀ ਕਹਾਣੀ ਤਾਂ ਅਜੇ ਬਾਅਦ ਵਿੱਚ ਵਾਪਰੇਗੀ। ਕਿਸ ਤਰ੍ਹਾਂ ਦੀ ਹੋਏਗੀ ਇਹ ਅਸਲੀ ਕਹਾਣੀ, ਇਹ ਤਾਂ ਸਮਾਂ ਦੱਸੂਗਾ। ਲੋਕਡਾਊਨ ਦੀ ਕਵਿਤਾ ਰਾਹੀਂ ਮੈਂ ਸਮਝਦਾ ਕਿ ਜੋ ਸੁਖਿੰਦਰ ਨੇ ਉਜਾਗਰ ਕਰਨ ਦਾ ਯਤਨ ਕੀਤਾ, ਉਹ ਨਿਸ਼ਚੇ ਹੀ ਕਵਿਤਾ ਦੇ ਗੰਭੀਰ ਪਾਠਕਾਂ ਲਈ ਅਤੇ ਕਾਵਿ ਸਮੀਖਿਅਕਾਂ ਲਈ ਵਿਚਾਰਨ ਦਾ ਵਿਸ਼ਾ ਹੋਏਗਾ। ਔਰ ਮੈਂ ਚਾਹੂੰਗਾ ਕਿ ਤੁਸੀਂ ਸਾਰੇ ਇਹ ਕਿਤਾਬ ਨੂੰ ਜ਼ਰੂਰ ਪੜ੍ਹਿਓ, ਕਿਉਂਕਿ ਇਹਨੂੰ ਪੜ੍ਹਨਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਨਵੇਂ ਅੰਦਾਜ਼ ਦੇ ਵਿੱਚ ਗੱਲ ਨੂੰ ਕਹਿਣਾ ਜਿਹੜਾ ਉਹ ਸੁਖਿੰਦਰ ਦਾ ਇੱਕ ਵੱਖਰੀ ਤਰ੍ਹਾਂ ਦਾ ਮੁਹਾਵਰਾ ਹੈ, ਜਿਹਨੂੰ ਡਾਕਟਰ ਜੋਗਰਾਜ ਨੇ ਡਾਇਰੈਕਟ ਕਵਿਤਾ ਦਾ ਨਾਮ ਦਿੱਤਾ ਹੈ। ਇਸ ਕਿਤਾਬ ਦੇ ਆਖਰੀ ਸਫ਼ੇ ਉੱਤੇ ਕੁਝ ਹੋਰ ਅਹਿਸਾਸ ਵੀ ਦਰਜ ਕੀਤੇ ਗਏ ਆ, ਜਿਹੜੇ ਸਿੱਧੇ ਤੌਰ 'ਤੇ ਲੋਕਡਾਊਨ ਨਾਲ ਜਿਨ੍ਹਾਂ ਦਾ ਸੰਬੰਧ ਨਹੀਂ ਹੈ। ਇਹਨਾਂ ਅਹਿਸਾਸਾਂ ਵਿੱਚੋਂ ਇੱਕ ਆਖਰੀ ਅਹਿਸਾਸ ਹੈ ਲਾਂਘਾ। ਲਾਂਘੇ ਤੋਂ ਕਾਂਟੇਦਾਰ ਤਾਰ ਚੁੱਕੀ ਤਾਂ ਹਰ ਪਾਸੇ ਹਵਾ ਅਮਨ ਅਮਨ ਸੀ ਕੂਕ ਰਹੀ, ਪਰ ਸ਼ਹਿਰ ਦੇ ਰਾਜੇ ਨੂੰ ਤਾਂ ਅਜੇ ਵੀ ਜੰਗ ਦੇ ਸੁਪਨੇ ਆਉਂਦੇ ਸਨ। ਮੈਂ ਚਾਹੂੰਗਾ ਕਿ ਤੁਸੀਂ ਇਹ ਕਿਤਾਬ ਜ਼ਰੂਰ ਪੜ੍ਹੋ। ਅਗਲੀ ਵਾਰ ਇੱਕ ਨਵੀਂ ਕਿਤਾਬ ਨਾਲ ਤੁਹਾਡੇ ਰੂਬਰੂ ਹੋਵਾਂਗੇ। ਬਹੁਤ ਬਹੁਤ ਧੰਨਵਾਦ।